ਅਸੀਂ ਕਲਾਸ 10th ਦਾ ਕਰਾਂਗੇ। ਪਾਰਟ 2 ਇਕਨੋਮਿਕਸ ਦਾ 3rd ਲੈਸਨ ਐਗਰੀਕਲਚਰ ਡਿਵੈਲਪਮੈਂਟ ਇਨ ਇੰਡੀਆ, ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ। ਸਭ ਤੋਂ ਪਹਿਲਾਂ ਇੰਟਰੋਡਕਸ਼ਨ ਕੀ ਹੈ। ਦੇਖੋ, ਭਾਰਤ ਇੱਕ ਤੁਹਾਨੂੰ ਪਤਾ ਹੈ ਵੀ ਖੇਤੀ ਪ੍ਰਧਾਨ ਦੇਸ਼ ਹੈ। ਇੱਥੇ 68% ਲੋਕ ਹੈ ਜਿਹੜੇ ਉਹ ਖੇਤੀਬਾੜੀ 'ਤੇ ਨਿਰਭਰ ਹੈ। ਉਹਨਾਂ ਦਾ ਰੁਜ਼ਗਾਰ ਦਾ ਸਾਧਨ ਖੇਤੀਬਾੜੀ ਹੈ। ਆਜ਼ਾਦੀ ਤੋਂ ਬਾਅਦ ਭਾਰਤੀਆਂ ਨੂੰ ਅੰਗਰੇਜ਼ਾਂ ਕੋਲੋਂ ਪਿਛੜੀ ਹੋਈ ਖੇਤੀ ਅਰਥ ਵਿਵਸਥਾ ਵਿੱਚ ਵਿਰਾਸਤ ਵਿੱਚ ਮਿਲੀ ਸੀ। ਮਹਾਤਮਾ ਗਾਂਧੀ ਵੀ ਖੇਤੀ ਨੂੰ ਭਾਰਤ ਦੀ ਆਤਮਾ ਮੰਨਦੇ ਸੀਗੇ। ਨਹਿਰੂ ਨੇ ਵੀ ਖੇਤੀ ਨੂੰ ਹੀ ਸਭ ਤੋਂ ਵੱਧ ਪਹਿਲ ਦਿੱਤੀ ਹੈ। ਡਾਕਟਰ VKR ਰਾਓ ਨੇ ਖੇਤੀ ਦੇ ਮਹੱਤਵ ਉੱਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਹੈ ਕਿ ਜੇਕਰ 5 ਸਾਲਾ ਯੋਜਨਾਵਾਂ ਦੇ ਅਧੀਨ ਵਿਕਾਸ ਦੇ ਵਿਸ਼ਾਲ ਪਹਾੜ ਨੂੰ ਲੰਘਣਾ ਹੋਵੇ ਤਾਂ ਖੇਤੀ ਲਈ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੈ। ਹੁਣ ਤੁਹਾਨੂੰ ਦੱਸਦੀ ਹਾਂ ਮੀਨਿੰਗ ਆਫ ਐਗਰੀਕਲਚਰ ਦਾ ਮੀਨਿੰਗ ਕੀ ਹੈ। ਵੈਬਸ਼ਟਰ ਡਿਕਸ਼ਨਰੀ ਵਿੱਚ ਇੱਕ ਖੇਤ ਵਿੱਚ ਪਸ਼ੂਆਂ ਅਤੇ ਫਸਲਾਂ ਨੂੰ ਉਤਪਾਦਨ ਸੰਬੰਧੀ ਕਲਾ ਜਾਂ ਵਿਗਿਆਨ ਨੂੰ ਅਸੀਂ ਖੇਤੀ ਕਹਿੰਦੇ ਹਾਂ। ਹੁਣ ਇਹਦਾ ਕੀ ਇੰਪੋਰਟੈਂਸ ਆਫ ਐਗਰੀਕਲਚਰ ਇਨ ਇੰਡੀਅਨ ਇਕੋਨਮੀ। ਯੋਜਨਾ ਆਯੋਗ ਨੇ ਬਿਲਕੁਲ ਠੀਕ ਕਿਹਾ ਹੈ ਕਿ ਯੋਜਨਾਵਾਂ ਦੀ ਸਫਲਤਾ ਲਈ ਖੇਤੀ ਦਾ ਵਿਕਾਸ ਹੈ ਜਿਹੜਾ ਉਹ ਸਭ ਤੋਂ ਵੱਧ ਬਹੁਤ ਜ਼ਰੂਰੀ ਹੈ। ਭਾਰਤ ਦੀ ਜਿਵੇਂ ਜਨਸੰਖਿਆ ਬਹੁਤ ਜ਼ਿਆਦਾ ਹੈ, ਭੋਜਨ ਲਈ ਖੇਤੀ 'ਤੇ ਹੀ ਜ਼ਿਆਦਾਤਰ ਜਨਸੰਖਿਆ ਜਿਹੜੀ ਨਿਰਭਰ ਹੈ। ਭਾਰਤੀ ਖੇਤੀ ਉੱਤੇ ਹੀ ਦੇਸ਼ ਦਾ ਉਦਯੋਗ, ਵਪਾਰ, ਵਿਦੇਸ਼ੀ ਵਪਾਰ, ਯਾਤਾਯਾਤ ਹੈ ਜਿਹੜਾ ਉਹ ਸਾਰਾ ਨਿਰਭਰ ਕਰਦਾ ਹੈ। ਨੈਕਸਟ ਹੈ ਤੁਹਾਡਾ ਰਾਸ਼ਟਰੀ ਆਮਦਨ ਵਿੱਚ ਯੋਗਦਾਨ, ਕੰਟਰੀਬਿਊਸ਼ਨ ਆਫ ਨੈਸ਼ਨਲ ਇਨਕਮ। ਭਾਰਤ ਦੀ ਰਾਸ਼ਟਰੀ ਆਮਦਨ ਵਿੱਚ 40% ਹੈ ਜਿਹੜਾ ਉਹ ਖੇਤੀ ਤੋਂ ਆਮਦਨ ਆਪਾਂ ਨੂੰ ਪ੍ਰਾਪਤ ਹੁੰਦੀ ਹੈ। ਜਿਵੇਂ ਕਿ ਆਮਦਨ ਪ੍ਰਾਪਤ ਹੁੰਦੀ ਹੈ। ਰਾਸ਼ਟਰੀ ਆਮਦਨ ਵਿੱਚ ਖੇਤੀ ਖੇਤਰ ਦਾ ਯੋਗਦਾਨ ਅਲੱਗ-ਅਲੱਗ ਸਾਲਾਂ ਵਿੱਚ 51 ਤੋਂ ਲੈ ਕੇ 29 ਤੱਕ ਰਿਹਾ ਹੈ। ਭਾਰਤੀ ਰਾਸ਼ਟਰੀ ਆਮਦਨ ਵਿੱਚ ਖੇਤੀ ਖੇਤਰ ਦਾ ਯੋਗਦਾਨ ਹੋਰਾਂ ਖੇਤਰਾਂ ਜਿਵੇਂ ਉਦਯੋਗ, ਰੁਜ਼ਗਾਰ ਆਦਿ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਹੈ। ਹੁਣ ਇਹ ਹੌਲੀ-ਹੌਲੀ ਘੱਟ ਹੁੰਦਾ ਜਾ ਰਿਹਾ ਕਿਉਂਕਿ ਸੰਸਾਰ ਦੇ ਜਿਹੜੇ ਵਿਕਸਿਤ ਦੇਸ਼ਾਂ ਵਿੱਚ ਖੇਤੀ ਹੈ ਜਿਹੜੀ ਉਹ ਬਹੁਤ ਵਿਕਸਿਤ ਹੈ। ਠੀਕ ਹੈ। ਨੈਕਸਟ ਹੈ ਤੁਹਾਡਾ ਸੋਰਸਿਸ ਆਫ ਫੂਡ ਸਪਲਾਈ। ਖੇਤੀ ਤੋਂ ਭਾਰਤ ਦੀ ਜਨਸੰਖਿਆ ਨੂੰ ਭੋਜਨ, ਪਸ਼ੂਆਂ ਨੂੰ ਚਾਰਾ ਮਿਲਦਾ ਹੈ। ਇਸ ਲਈ ਖੇਤੀ ਮਨੁੱਖਾਂ ਅਤੇ ਪਸ਼ੂਆਂ ਲਈ ਜੀਵਨ ਦਾ ਇੱਕ ਅਨੋਖਾ ਸਾਧਨ ਹੈ। ਖੇਤੀ ਦੇ ਨਾਲ ਦੇਸ਼ ਦਾ ਵਿਕਾਸ ਹੁੰਦਾ ਹੈ ਅਤੇ ਅੰਨ ਸਮੱਸਿਆ ਦਾ ਵੀ ਕਾਫੀ ਹੱਦ ਤੱਕ ਸਲਿਊਸ਼ਨ ਹੁੰਦਾ ਹੈ। ਭਾਰਤ ਵਿੱਚ ਪ੍ਰਤੀ ਵਿਅਕਤੀ ਅਨਾਜ ਦੀ ਪ੍ਰਾਪਤੀ 1956 ਵਿੱਚ 430 ਗ੍ਰਾਮ ਸੀ ਔਰ 1997 ਵਿੱਚ 498 ਗ੍ਰਾਮ ਹੋ ਗਈ। ਇਸ ਤੋਂ ਬਾਅਦ ਜਿਹੜੀ ਕਿ ਇੱਕ ਵਿਅਕਤੀ ਨੂੰ ਔਸਤਨ 25.5 ਗ੍ਰਾਮ ਮਿਲਣੀ ਚਾਹੀਦੀ ਸੀ, ਪਰੰਤੂ 14.66 ਗ੍ਰਾਮ ਮਿਲ ਰਹੀ ਹੈ। ਇਸ ਵਿੱਚ ਫਰੀਮੈਨ ਨੇ ਠੀਕ ਹੀ ਕਿਹਾ ਹੈ ਕਿ ਕਿਤੇ ਅਜਿਹਾ ਨਾ ਹੋਵੇ ਸਾਡੀ ਸੰਤਾਨ ਸਾਡੇ ਉੱਪਰ ਵਿਅੰਗ ਕਸੇ ਕਿ 20ਵੀਂ ਸਦੀ ਦੇ ਲੋਕਾਂ ਨੇ ਚੰਦ ਸੂਰਜ ਤੱਕ ਆਪਣੇ ਆਪ ਨੂੰ ਪਹੁੰਚਾ ਲਿਆ ਪਰ ਬੱਚਿਆਂ ਨੂੰ ਰੋਟੀ ਅਤੇ ਦੁੱਧ ਨਹੀਂ ਦੇ ਸਕਦੇ। ਨੈਕਸਟ ਹੈ ਖੇਤੀ ਔਰ ਰੁਜ਼ਗਾਰ, ਐਗਰੀਕਲਚਰ ਐਂਡ ਇੰਪਲਾਇਮੈਂਟ। ਭਾਰਤੀ ਅਰਥ ਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਰੁਜ਼ਗਾਰ ਹੈ ਖੇਤੀ ਖੇਤਰ ਤੋਂ ਹੀ ਮਿਲਦਾ ਹੈ। 1951 ਦੀ ਜੇ ਆਪਾਂ ਜਨਗਣਨਾ ਕਰੀਏ ਤਾਂ ਭਾਰਤ ਵਿੱਚ ਕੰਮ ਕਰਨ ਵਾਲੀ ਜਨਸੰਖਿਆ ਵਿੱਚ ਪੇਂਡੂ ਮਜ਼ਦੂਰਾਂ ਦਾ ਹਿੱਸਾ ਸੀ ਜਿਹੜਾ ਉਸ ਟਾਈਮ 80% ਸੀਗਾ। ਇਹਨਾਂ ਵਿੱਚੋਂ ਲਗਭਗ 82% ਮਜ਼ਦੂਰ ਜਿਹੜੇ ਸੀਗੇ ਉਹ ਖੇਤੀ ਖੇਤਰ ਵਿੱਚ ਰੁਜ਼ਗਾਰ ਉਹਨਾਂ ਨੂੰ ਮਿਲ ਰਿਹਾ ਸੀ। ਇਹ ਕਿਹਾ ਜਾ ਸਕਦਾ ਹੈ ਕਿ 1901 ਦੀ ਜਨਗਣਨਾ ਦੇ ਅਨੁਸਾਰ 60% ਜਨਸੰਖਿਆ ਖੇਤੀ ਖੇਤਰ ਵਿੱਚ ਰੁਜ਼ਗਾਰ ਪ੍ਰਾਪਤ ਕਰ ਰਹੀ ਸੀ, ਜਦੋਂ ਕਿ 1996-97 ਵਿੱਚ 64% ਜਨਸੰਖਿਆ ਖੇਤੀ ਖੇਤਰ ਵਿੱਚ ਰੁਜ਼ਗਾਰ ਪ੍ਰਾਪਤ ਕਰ ਰਹੀ ਹੈ। ਪੰਜਾਬ ਵਿੱਚ 1991 ਵਿੱਚ 22 ਲੱਖ ਵਿਅਕਤੀ ਕਾਸ਼ਤਕਾਰ ਦੇ ਰੂਪ ਵਿੱਚ ਔਰ 12 ਲੱਖ ਵਿਅਕਤੀਆਂ ਨੂੰ ਭੂਮੀਗਤ ਖੇਤੀ ਕਿਰਤੀਆਂ ਦੇ ਰੂਪ ਵਿੱਚ ਕੰਮ ਕਰ ਰਹੇ ਹੈ। ਇਸ ਲਈ ਖੇਤੀ ਖੇਤਰ ਦੇ ਪਿਛੜੇਪਣ ਅਤੇ ਪੇਂਡੂ ਖੇਤਰ ਦੀ ਗਰੀਬੀ ਦੇ ਬਾਵਜੂਦ ਭਾਰਤ ਵਿੱਚ ਰੁਜ਼ਗਾਰ ਦਾ ਮੁੱਖ ਸਾਧਨ ਹਜੇ ਵੀ ਖੇਤੀ ਹੀ ਹੈ। ਨੈਕਸਟ ਹੈ ਐਗਰੀਕਲਚਰ ਐਂਡ ਇੰਡਸਟਰੀ। ਭਾਰਤ ਵਰਗੇ ਜਿਹੜੇ ਘੱਟ ਵਿਕਸਿਤ ਦੇਸ਼ ਹੈ
ਉਹਨਾਂ ਵਿੱਚ ਆਰਥਿਕ ਵਿਕਾਸ ਦੀ ਮੁੱਢਲੀ ਵਿਵਸਥਾ ਦਾ ਉਦਯੋਗਿਕ ਵਿਕਾਸ ਲਈ ਖੇਤੀ ਦਾ ਕਈ ਕਾਰਨਾਂ ਕਰਕੇ ਬਹੁਤ ਮਹੱਤਵਪੂਰਨ ਹੈ, ਜਿਵੇਂ ਕਿ ਮੰਨ ਲਓ ਇੰਡਸਟਰੀਜ਼ ਨੂੰ ਕੱਚਾ ਮਾਲ ਪ੍ਰਾਪਤ ਕਰਨ ਲਈ ਕਾਟਨ, ਜੂਟ, ਸ਼ੂਗਰ ਕੇਨ, ਤਿਲ, ਰਬੜ ਆਦਿ ਖੇਤਰਾਂ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਖੇਤੀ ਵਿੱਚ ਉਤਪਾਦਕਤਾ ਵਧਣ ਨਾਲ ਲੋਕਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ ਅਤੇ ਉਹ ਉਦਯੋਗਾਂ ਰਾਹੀਂ ਬਣਾਈਆਂ ਗਈਆਂ ਵਸਤਾਂ ਦੀ ਵਧੇਰੇ ਮੰਗ ਕਰਨਗੇ। ਖੇਤੀ ਵਿੱਚ ਉਤਪਾਦਕਤਾ ਵਧਣ ਦੇ ਨਾਲ ਖੇਤੀ ਖੇਤਰ ਵਿੱਚ ਮਜ਼ਦੂਰਾਂ ਦੀ ਮੰਗ ਘੱਟ ਹੋ ਜਾਵੇਗੀ ਅਤੇ ਉਹ ਮਜ਼ਦੂਰ ਉਦਯੋਗਾਂ ਵਿੱਚ ਕੰਮ ਕਰ ਸਕਣਗੇ। ਉਦਯੋਗਿਕ ਵਿਕਾਸ ਦੇ ਕਾਰਨ ਆਮਦਨ ਵਿੱਚ ਵਾਧਾ ਹੋਵੇਗਾ। ਅਨਾਜ ਦੀ ਮੰਗ ਵੱਧ ਹੋਣ ਦੇ ਨਾਲ ਖੇਤੀ ਦਾ ਵਿਕਾਸ ਵੀ ਹੋਵੇਗਾ। ਕਈ ਛੋਟੇ ਪੈਮਾਨੇ ਦੇ ਉਦਯੋਗ ਜਿਵੇਂ ਤੇਲ ਕੱਢਣਾ, ਹੱਥ-ਖੱਡੀ ਵਰਗੇ ਉਦਯੋਗਾਂ ਨੂੰ ਕੱਚੇ ਮਾਲ ਲਈ ਖੇਤੀ ਉੱਪਰ ਹੀ ਨਿਰਭਰ ਰਹਿਣਾ ਪੈਂਦਾ ਹੈ। ਨੈਕਸਟ ਹੈ ਸੋਰਸਿਸ ਆਫ ਲਾਈਵਲੀਹੁੱਡ। ਭਾਰਤੀ ਕਿਸਾਨਾਂ ਲਈ ਖੇਤੀ ਹੈ ਜਿਹੜੀ ਉਹ ਜੀਵਨ ਦਾ ਨਿਰਵਾਹ ਦਾ ਇੱਕ ਮੁੱਖ ਸਾਧਨ ਹੈ। ਭਾਰਤ ਵਿੱਚ ਗੈਰ ਖੇਤੀ ਪੇਂਡੂ ਪਰਿਵਾਰ ਜਿਵੇਂ ਜਲਾਹੇ ਹੋ ਗਏ, ਦਸਤਕਾਰ ਹੋ ਗਏ, ਨਾਈ ਹੋ ਗਏ, ਧੋਬੀ ਹੋ ਗਏ ਦੀ ਆਮਦਨ ਦਾ ਵੀ ਮੁੱਖ ਜਿਹੜਾ ਮਹੱਤਵਪੂਰਨ ਸਾਧਨ ਹੈ ਉਹ ਖੇਤੀ ਹੀ ਹੈ। ਜ਼ਿਆਦਾਤਰ ਪੇਂਡੂ ਪਰਿਵਾਰ ਅਤੇ ਸਹਾਇਕ ਰੁਜ਼ਗਾਰ ਲਈ ਖੇਤੀ ਉੱਪਰ ਹੀ ਨਿਰਭਰ ਕਰਦੇ ਹਨ। ਨੈਕਸਟ ਹੈ ਐਗਰੀਕਲਚਰ ਐਂਡ ਫੋਰਨ ਟ੍ਰੇਡ। ਭਾਰਤ ਦੇ ਵਿਦੇਸ਼ੀ ਵਪਾਰ ਵਿੱਚ ਖੇਤੀ ਦਾ ਬਹੁਤ ਮਹੱਤਵ ਹੈ। ਦੇਸ਼ ਦੇ ਕੁੱਲ ਨਿਰਯਾਤ ਵਿੱਚ ਖੇਤੀ ਪਦਾਰਥਾਂ ਦਾ ਯੋਗਦਾਨ ਹੈ ਜਿਹੜਾ ਬਹੁਤ ਜ਼ਿਆਦਾ ਹੈ। ਭਾਰਤ ਵਿੱਚ ਚਾਹ, ਪਟਸਨ, ਕਾਜੂ, ਤੰਬਾਕੂ, ਕੌਫੀ, ਮਸਾਲੇ ਬਹੁਤ ਜ਼ਿਆਦਾ ਮਾਤਰਾ ਵਿੱਚ ਨਿਰਯਾਤ ਕੀਤੇ ਜਾਂਦੇ ਹਨ। ਨੈਕਸਟ ਹੈ ਇੰਟਰਨਲ ਟ੍ਰੇਡ। ਭਾਰਤ ਦੇ ਜ਼ਿਆਦਾਤਰ ਲੋਕ ਆਪਣੀ ਆਮਦਨ ਦਾ 80% ਹਿੱਸਾ ਹੈ ਜਿਹੜਾ ਉਹ ਅਨਾਜ, ਚਾਹ, ਖੰਡ, ਦੁੱਧ ਆਦਿ ਉੱਤੇ ਖਰਚ ਕਰਦੇ ਹੈ। ਇਸੇ ਲਈ ਦੇਸ਼ ਦੇ ਇੰਟਰਨਲ ਟ੍ਰੇਡ ਵਿੱਚ ਵੀ ਖੇਤੀ ਦਾ ਬਹੁਤ ਜ਼ਿਆਦਾ ਮਹੱਤਵ ਹੈ। ਅਨਾਜ ਦੇ ਵਪਾਰ ਤੋਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ, ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਕਾਫੀ ਆਮਦਨ ਪ੍ਰਾਪਤ ਹੁੰਦੀ ਹੈ। ਨੈਕਸਟ ਹੈ ਟਰਾਂਸਪੋਰਟ। ਰੇਲਾਂ, ਮੋਟਰ ਗੱਡੀਆਂ, ਬੈਲ ਗੱਡੀਆਂ ਦੀ ਆਮਦਨ ਦਾ ਮੁੱਖ ਸਾਧਨ ਅਨਾਜ ਔਰ ਬਾਕੀ ਜਿਹੜੀਆਂ ਚੀਜ਼ਾਂ ਹੈ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਤੋਂ ਪ੍ਰਾਪਤ ਹੁੰਦਾ ਹੈ। ਨੈਕਸਟ ਹੈ ਗਵਰਨਮੈਂਟ ਇਨਕਮ। ਰਾਜ ਸਰਕਾਰਾਂ ਆਪਣੀ ਆਮਦਨ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਖੇਤੀ ਤੋਂ ਪ੍ਰਾਪਤ ਕਰਦੀਆਂ ਹੈ। ਖੇਤੀ 'ਤੇ ਕਈ ਪ੍ਰਕਾਰ ਦੇ ਟੈਕਸ ਲਗਾਏ ਜਾਂਦੇ ਹੈ ਜਿਵੇਂ ਕਿ ਲੈਂਡ ਰੈਵਨਿਊ, ਸਿੰਚਾਈ ਕਰ, ਖੇਤੀ ਆਮਦਨ ਕਰ। ਕੇਂਦਰੀ ਸਰਕਾਰ ਵੀ ਖੇਤੀ ਉਤਪਾਦਨ ਕਰ, ਨਿਰਯਾਤ ਕਰ ਆਦਿ ਕਾਫੀ ਆਮਦਨ ਕਰ ਪ੍ਰਾਪਤ ਕਰ ਰਹੀ ਹੈ। ਨੈਕਸਟ ਹੈ ਕੈਪੀਟਲ ਫਾਰਮੇਸ਼ਨ। ਸਾਡੇ ਦੇਸ਼ ਦੀ ਜ਼ਿਆਦਾਤਰ ਪੂੰਜੀ ਖੇਤੀ ਹੈ ਜਿਹੜੀ ਖੇਤੀ ਵਿੱਚ ਲੱਗੀ ਹੋਈ ਹੈ। ਸਥਾਈ ਪੂੰਜੀ ਦੀ ਦ੍ਰਿਸ਼ਟੀ ਤੋਂ ਖੇਤੀ ਦਾ ਦਰਜਾ ਦੇਸ਼ ਵਿੱਚ ਸਭ ਤੋਂ ਉੱਚਾ ਹੈ। ਦੇਸ਼ ਦੀ ਕਰੋੜਾਂ ਰੁਪਏ ਦੀ ਪੂੰਜੀ ਸਿੰਚਾਈ ਦੇ ਸਾਧਨ ਜਿਵੇਂ ਪਸ਼ੂ ਪਾਲਣ ਅਤੇ ਔਜ਼ਾਰਾਂ, ਟਰੈਕਟਰਾਂ ਵਿੱਚ ਲੱਗੀ ਹੋਈ ਹੈ। ਮੇਨ ਪ੍ਰੋਬਲਮਸ ਕੀ ਆ ਜਿਹੜੀਆਂ ਖੇਤੀਬਾੜੀ ਦੀਆਂ? ਸਭ ਤੋਂ ਪਹਿਲਾਂ ਹੈਗੀ ਆ ਦੇਖੋ ਹਿਊਮਨਸ ਪ੍ਰੋਬਲਮਸ ਵਿੱਚ ਕੀ ਆ ਜਾਂਦਾ ਹੈ? ਭਾਰਤੀ ਖੇਤੀ ਦੇ ਪਿਛੜੇਪਨ ਦਾ ਮੁੱਖ ਕਾਰਨ ਹੈ ਜਿਹੜਾ ਸਾਡੇ ਦੇਸ਼ ਵਿੱਚ ਜ਼ਿਆਦਾਤਰ ਲੋਕ ਹੈ ਖੇਤੀ ਉੱਤੇ ਨਿਰਭਰ ਕਰਦੇ ਹੈ। 1901 ਈਸਵੀ ਵਿੱਚ ਖੇਤੀ ਉੱਤੇ ਨਿਰਭਰ ਲੋਕਾਂ ਦੀ ਸੰਖਿਆ 16 ਕਰੋੜ 30 ਲੱਖ ਸੀ। ਹੁਣ ਇਹ ਵੱਧ ਕੇ 38 ਕਰੋੜ 30 ਲੱਖ ਹੋ ਗਈ ਹੈ। ਇਹਦਾ ਕੀ ਪ੍ਰਭਾਵ ਹੋਇਆ ਕਿ ਦੇਸ਼ ਵਿੱਚ ਪ੍ਰਤੀ ਵਿਅਕਤੀ ਖੇਤੀ ਭੂਮੀ ਦਾ ਖੇਤਰਫਲ ਜੋ ਪਹਿਲਾਂ 0.43 ਹੈਕਟੇਅਰ ਸੀ ਅਤੇ ਹੁਣ ਘੱਟ ਕੇ 0.23 ਹੈਕਟੇਅਰ ਰਹਿ ਗਿਆ ਹੈ। ਹੁਣ ਭੂਮੀ ਉੱਤੇ ਜਨਸੰਖਿਆ ਦਾ ਵਧੇਰੇ ਦਬਾਅ ਹੋਣ ਕਰਕੇ ਵੀ ਖੇਤੀਬਾੜੀ ਦੇ ਯੋਗ ਜਿਹੜੀਆਂ ਜਗ੍ਹਾਵਾਂ ਉਹਨਾਂ ਨੂੰ ਕਈ ਭਾਗਾਂ ਵਿੱਚ ਡਿਵਾਈਡ ਕੀਤਾ ਗਿਆ ਹੈ। ਉਹ ਕਰਨ ਦੀ ਸਮੱਸਿਆ ਪੈਦਾ ਹੋ ਰਹੀ ਹੈ ਜਿਹਦੇ ਨਾਲ ਸਾਨੂੰ ਛੁਪੀ ਬੇਰੁਜ਼ਗਾਰੀ ਪ੍ਰਾਪਤ ਹੁੰਦੀ ਹੈ। ਜਿਵੇਂ ਕਿ ਮੰਨ ਲਓ ਇੱਕ ਖੇਤ ਵਿੱਚ ਇੱਕ ਪਰਿਵਾਰ ਵਿੱਚ 4 ਮੈਂਬਰ ਰਹਿ ਰਹੇ ਹੈ ਅਤੇ ਉਹਨਾਂ ਕੋਲ 2 ਕਿੱਲੇ ਜ਼ਮੀਨ ਹੈ ਅਤੇ ਉਹ 4 ਮੈਂਬਰ ਦੀ ਜਗ੍ਹਾ 'ਤੇ ਇੱਕ ਮੈਂਬਰ ਵੀ ਉਸ ਜਗ੍ਹਾ 'ਤੇ ਖੇਤੀ ਕਰ ਸਕਦਾ ਹੈ, ਪਰ ਉਹ 4 ਮੈਂਬਰ ਹੈ ਜਿਹੜੇ 2 ਕਿੱਲੇ ਜ਼ਮੀਨ 'ਤੇ ਖੇਤੀ ਕਰ ਰਹੇ ਹੈ। ਇਹਦਾ ਮਤਲਬ ਇਹ ਹੈ ਵੀ ਉਹ ਜਿਹੜੇ ਬਾਕੀ ਇੱਕ ਨੂੰ ਛੱਡ ਕੇ 3 ਹੈ ਉਹ ਫਾਲਤੂ ਉਸ ਕੰਮ 'ਤੇ ਲੱਗੇ ਹੋਏ ਹੈ, ਜਦੋਂ ਕਿ ਉਹ ਕੋਈ ਹੋਰ ਕੰਮ ਤੋਂ ਵੀ ਆਪਣੀ ਆਮਦਨ ਪ੍ਰਾਪਤ ਕਰ ਸਕਦੇ ਹੈ ਜੀ। ਇਹਨੂੰ ਹੀ ਅਸੀਂ ਛੁਪੀ ਬੇਰੁਜ਼ਗਾਰੀ ਕਹਿੰਦੇ ਹਾਂ। ਨੈਕਸਟ ਹੈ ਸਮਾਜਿਕ ਵਾਤਾਵਰਨ, ਸੋਸ਼ਲ ਐਟਮੋਸਫੀਅਰ। ਭਾਰਤ ਦੇ ਪਿੰਡਾਂ ਦਾ ਵਾਤਾਵਰਨ ਵੀ ਖੇਤੀ ਵਿਕਾਸ ਵਿੱਚ ਰੁਕਾਵਟ ਪੈਂਦਾ ਜਾ ਰਿਹਾ ਹੈ। ਭਾਰਤੀ ਕਿਸਾਨ ਅਨਪੜ੍ਹ ਹਨ, ਇਸ ਕਰਕੇ ਉਹ ਖੇਤੀ ਦੀਆਂ ਨਵੀਆਂ ਤਕਨੀਕਾਂ ਦਾ ਉਹਨਾਂ ਨੂੰ ਨਹੀਂ ਪਤਾ ਹੈਗਾ ਅਤੇ ਭਾਰਤੀ ਕਿਸਾਨ ਆਪਣੇ ਆਪ ਨੂੰ ਕਿਸਮਤਵਾਦੀ ਵੀ ਸਮਝਦੇ ਹੈ। ਉਹ ਰੂੜੀਵਾਦੀ ਵਿਚਾਰਾਂ ਦੇ ਹੈ ਅਤੇ ਅੰਧ ਵਿਸ਼ਵਾਸੀ ਜਿਹੇ ਹੈ। ਉਹ ਜਾਤੀ ਪ੍ਰਥਾ ਦੇ ਬੰਧਨਾਂ ਵਿੱਚ ਜਕੜਿਆਂ ਹੋਇਆਂ
ਹੋਏ ਆ। ਅਗਿਆਨਤਾ ਅਤੇ ਜਾਤੀ ਪ੍ਰਥਾ ਦੇ ਕਾਰਨ ਭਾਰਤੀ ਕਿਸਾਨ ਛੋਟੀਆਂ ਛੋਟੀਆਂ ਗੱਲਾਂ 'ਤੇ ਲੜਨ ਲੱਗ ਜਾਂਦੇ ਆ, ਮੁਕੱਦਮਿਆਂ ਤੱਕ ਹੋਣ ਲੱਗ ਜਾਂਦੇ ਆ, ਜਿਸ ਕਾਰਨ ਉਹਨਾਂ ਦਾ ਟਾਈਮ ਵੀ ਵੇਸਟ ਹੁੰਦਾ ਹੈ ਔਰ ਧਨ ਵੀ ਵੇਸਟ ਹੁੰਦਾ ਹੈ।